ਜੀਵਨ ਜਾਂਚ ਦਾ ਖਜ਼ਾਨਾ ਪਾਰਟ 1 ਇੰਟਰੋਡਕਸ਼ਨ ਬਾਈ ਦ ਆਥਰ। ਸਮਾਂ ਭਾਵੇਂ ਪੁਰਾਤਨ ਹੋਵੇ ਜਾਂ ਅੱਜ ਦਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਹਰ ਇੱਕ ਸਮੇਂ ਵਿੱਚ ਮਨੁੱਖ ਨੂੰ ਸੱਚ ਜਾਣਨ ਦੀ ਤੀਬਰ ਤਾਂਘ ਰਹਿੰਦੀ ਹੈ। ਕਿਤਨੇ ਮਨੁੱਖ ਸੱਚ ਸੁਣਨਾ ਪਸੰਦ ਕਰਦੇ ਹਨ ਜਾਂ ਕਿਤਨੇ ਉਸ ਸੱਚ ਅਨੁਸਾਰ ਅਮਲੀ ਜੀਵਨ ਜਿਉ ਪਾਉਂਦੇ ਹਨ। ਇਸ ਗਿਣਤੀ ਮਿਣਤੀ ਦਾ ਸੱਚ ਜਾਣਨ ਦੀ ਮਨੁੱਖੀ ਤੀਬਰ ਤਾਂਘ ਦੇ ਨਾਲ ਕੋਈ ਤਾਲੁਕ ਨਹੀਂ ਹੈ। ਹਾਂ, ਪਰ ਇਹ ਗੱਲ ਪੱਕੀ ਹੈ ਕਿ ਕਿਸੇ ਵੀ ਯੁੱਗ ਵਿੱਚ ਮਨੁੱਖ ਅੰਦਰ ਸੱਚ ਨੂੰ ਜਾਣਨ ਦੀ ਤੀਬਰ ਖਿੱਚ ਆਪ ਮੁਹਾਰੇ ਪੈਦਾ ਹੁੰਦੀ ਹੈ ਅਤੇ ਕਈ ਮਰਜ਼ੀ ਵੜੇ ਉਸ ਸੱਚ ਅਨੁਸਾਰ ਜੀਵਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਰੱਬ ਜੀ ਦੀ ਬਖਸ਼ਿਸ਼ ਨਦਰ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ। ਬਚਪਨ ਤੋਂ ਮਾਣਯੋਗ ਨਾਨੀ ਜੀ, ਮਾਤਾ ਜੀ ਅਤੇ ਪਿਤਾ ਜੀ ਵੱਲੋਂ ਗੁਰਬਾਣੀ ਪੜ੍ਹਨ ਤੇ ਵਿਚਾਰਨ ਦੀ ਪਰਿਵਾਰਿਕ ਪਰੰਪਰਾ ਅਤੇ ਘਰੇਲੂ ਸੁਭਾਅ 'ਚ ਹਰੇਕ ਸਮੇਂ ਗੁਰਬਾਣੀ ਕੰਠ ਕਰਨ ਦੇ ਨਾਲ ਨਾਲ ਅਰਥਾਂ ਦੀ ਵਿਚਾਰ ਅਨੁਸਾਰ ਅਮਲੀ ਜੀਵਨ ਉੱਤੇ ਜ਼ੋਰ ਦਿੱਤਾ ਜਾਂਦਾ ਸੀ। ਇਹੋ ਕਾਰਨ ਸੀ ਕਿ ਅਮਲੀ ਜੀਵਨ ਬਾਰੇ ਨਿੱਕੀਆਂ ਨਿੱਕੀਆਂ ਮਿਸਾਲਾਂ ਦੀ ਸਾਂਝ ਘਰ ਵਿੱਚ ਦਿਨ ਦੇ ਹਰ ਇੱਕ ਸਮੇਂ ਕੀਤੀ ਜਾਂਦੀ ਸੀ। ਦੁਨਿਆਵੀ ਪੜ੍ਹਾਈ, ਘਰੇਲੂ ਕੰਮਕਾਜ ਅਤੇ ਜੀਵਨ ਵਿੱਚ ਆਉਣ ਵਾਲੇ ਸੁੱਖ ਦੁੱਖ, ਖੁਸ਼ੀ ਗਮੀ, ਵੰਡ ਛਕਣਾ, ਸੰਤੋਖ ਜੈਸੇ ਗੁਣਾਂ ਨੂੰ ਅਮਲੀ ਜੀਵਨ ਵਿੱਚ ਜਿਉਣ ਦੀ ਹਿਦਾਇਤ ਵੀ ਨਾਲੋਂ ਨਾਲ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਅਖੌਤੀ ਸੰਤਾਂ ਦੇ ਡੇਰੇ ਜਾਣਾ, ਨਿਰਮਲੇ ਸਾਧੂ ਬਾਬਿਆਂ ਨਾਲ ਵਿਚਾਰ ਵਟਾਂਦਰੇ ਕਰਨੇ, ਉਹਨਾਂ ਨੂੰ ਸੁਣਨਾ, ਉਹਨਾਂ ਵੱਲੋਂ ਕੀਤੇ ਧਾਰਮਿਕ ਭੇਖ ਜਾਂ ਕਰਮ ਕਾਂਡਾਂ ਨੂੰ ਗੁਰਬਾਣੀ ਦੇ ਨਜ਼ਰੀਏ ਨਾਲ ਪਰਖਣਾ ਅਤੇ ਕੋਖਣਾ ਕਿ ਕਿਹੜੀ ਗੱਲ ਕਿੱਥੋਂ ਤੱਕ ਸੱਚ ਹੈ ਜਾਂ ਕੀ ਅੰਧ ਵਿਸ਼ਵਾਸ ਮੰਨੇ ਜਾ ਰਹੇ ਹਨ। ਐਸੀਆਂ ਵਿਚਾਰਾਂ 'ਚ ਬਚਪਨ ਅਤੇ ਜਵਾਨੀ ਦਾ ਸਮਾਂ ਕਾਫੀ ਮਸ਼ਰੂਫ ਰਿਹਾ। ਇਸ ਤੋਂ ਇਲਾਵਾ ਆਪਣੇ ਨਿੱਜੀ ਜੀਵਨ ਵਿੱਚ ਅੰਮ੍ਰਿਤ ਵੇਲੇ ਜਾਗਣਾ, ਇਸ ਵਿੱਚ ਕਈ ਸਾਲ 2:30 ਵਜੇ, ਫਿਰ ਕਦੀ 3 ਵਜੇ ਅਤੇ ਕਦੀ 4:30 ਵਜੇ ਜਾਗ ਕੇ ਨਾਮ ਸਿਮਰਨ ਕਰਨਾ, ਮਾਲਾ ਫੇਰਨਾ, ਨਿਤਨੇਮ ਅਤੇ 4:30 ਵਜੇ ਆਸਾ ਦੀਵਾਰ, ਸੁਖਮਨੀ ਸਾਹਿਬ, ਅਖੰਡ ਕੀਰਤਨ, ਰਹਿਣ ਸਬਾਈ ਆਦਿ ਦੇ ਅਨੇਕ ਧਾਰਮਿਕ ਅਦਾਰਿਆਂ ਅਤੇ ਪੜਾਵਾਂ ਦੀ ਜੀਵਨੀ ਜਿਉਣ ਦਾ ਅਨੁਭਵ ਕੀਤਾ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ, ਖੇਡਾਂ, ਯੋਗਾ ਦੇ ਅਨੁਭਵ ਵੀ ਨਾਲੋਂ ਨਾਲ ਚੱਲਦੇ ਰਹੇ। ਲੇਕਿਨ ਘਰ ਵਿੱਚ ਬਾਣੀ ਦੇ ਅਰਥ ਵਿਚਾਰਨ ਦੀ ਆਦਤ ਅਤੇ ਸੁਭਾਅ ਨੇ ਗੁਰਮਤਿ ਮਿਸ਼ਨਰੀ ਕਾਲਜ, ਸਿੱਖ ਮਿਸ਼ਨਰੀ ਕਾਲਜ, ਉਹਨਾਂ ਦਾ 2 ਸਾਲਾਂ ਦਾ ਕੋਰਸ ਅਤੇ ਉਹਨਾਂ ਰਾਹੀਂ ਕਈ ਸਤਸੰਗੀਆਂ ਦਾ ਮੇਲ ਮਿਲਾਪ ਕਰਾਇਆ ਅਤੇ ਮਿਸ਼ਨਰੀ ਪ੍ਰਚਾਰਕਾਂ ਨੂੰ ਸੁਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਸਿੱਖ ਮਿਸ਼ਨਰੀ ਕਾਲਜ ਵੱਲੋਂ ਭਾਰਤ ਦੇ ਪੱਧਰ ਤੇ ਗ੍ਰੇਟਰ ਕੈਲਾਸ਼, ਨਵੀਂ ਦਿੱਲੀ ਗੁਰਦੁਆਰੇ ਵਿੱਚ ਕੀਰਤਨ ਕਰਨ ਵਾਲਿਆਂ ਦਾ ਕਲਾਸੀਕਲ ਗੁਰਮਤਿ ਅਨੁਸਾਰ ਰਾਗਾਂ ਤੇ ਆਧਾਰਿਤ ਕੀਰਤਨ ਪ੍ਰਤੀਯੋਗਿਤਾ ਦਾ ਸਮਾਗਮ ਕਰਵਾਇਆ ਗਿਆ, ਜਿਸ ਦੇ ਨਤੀਜੇ ਵਿੱਚ ਸੈਮੀਨਾਰ ਮਿਸ਼ਨਰੀ ਕਾਲਜ ਵੱਲੋਂ ਦਰਪਣ ਦੀਆਂ 10 ਪੋਥੀਆਂ ਮੈਨੂੰ ਪਹਿਲੇ ਇਨਾਮ ਵਜੋਂ ਦਿੱਤੀਆਂ ਗਈਆਂ। ਗੁਰੂ ਗ੍ਰੰਥ ਸਾਹਿਬ ਦਰਪਣ ਦੀਆਂ 10 ਪੋਥੀਆਂ ਮੇਰੇ ਸਾਰੇ ਜੀਵਨ ਦਾ ਆਤਮਕ ਮਿੱਤਰ ਬਣ ਗਈਆਂ। ਸਿੱਖੀ ਦੇ ਕਈ ਧਾਰਮਿਕ ਅਦਾਰਿਆਂ ਵਿੱਚੋਂ ਲੰਘਣ ਮਗਰੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਦਰਪਣ ਅਤੇ ਮਿਸ਼ਨਰੀ ਕਾਲਜ ਦੀ ਸਾਂਝ ਨਾਲ ਗੁਰਬਾਣੀ ਦੇ ਵਿਆਕਰਣ ਪੱਖ ਦੀਆਂ ਕੁਝ ਖੋਜਾਂ ਡੂੰਘਿਆਈਆਂ 'ਚ ਸੁਣਨ ਵਿਚਾਰਨ ਨੂੰ ਮਿਲੀਆਂ। ਇਸ ਪੱਖੋਂ ਘਰ ਨਾਨੀ ਜੀ ਵੱਲੋਂ ਬਚਪਨ ਤੋਂ ਵਿਚਾਰਾਂ ਤੇ ਹੁੰਦੀਆਂ ਹੀ ਸਨ ਕਿ ਸ਼ੁੱਧ ਉਚਾਰਨ ਲਈ ਵਿਆਕਰਣ ਅਤੇ ਉਸ ਅਨੁਸਾਰ ਬਾਣੀ ਦੀ ਡੂੰਘਿਆਈ ਜਾਂ ਉੱਚੀ ਉਡਾਰੀ ਦੇ ਕੀ ਅਰਥ ਬਣਦੇ ਹਨ। ਇਸ ਸਭ ਕੁਝ ਦਾ ਬਹੁਤ ਆਨੰਦ ਮਾਣਿਆ। ਇੱਥੇ ਮਾਣਿਆ ਇਸ ਕਰਕੇ ਲਿਖਿਆ ਹੈ ਕਿ ਮੈਂ ਦਮ ਭਰ ਕੇ ਨਹੀਂ ਕਹਿ ਸਕਦਾ ਕਿ ਮੈਨੂੰ ਵਿਆਕਰਣ ਜਾਂ ਅਰਥਾਂ ਦੀ ਸਾਰੀ ਸਮਝ ਆ ਗਈ ਹੈ। ਬਸ ਜੋ ਸੁਣਦਾ, ਪੜ੍ਹਦਾ ਜਾਂ ਵਿਚਾਰਦਾ ਸੀ,
ਉਸ ਨਾਲ ਬਾਣੀ ਦੇ ਅੰਤਰੀਵ ਭਾਵ ਤੱਕ ਪੂਜਣ ਦਾ ਆਨੰਦ ਬਹੁਤ ਹੁਲਾਰੇ ਦਿੰਦਾ ਸੀ। ਮਨੁੱਖ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ, ਕਦੇ ਵੀ ਪੂਰਨ ਗਿਆਨ, ਪੂਰਨ ਸੱਚ ਪ੍ਰਾਪਤੀ ਦਾ ਦਮ ਨਹੀਂ ਭਰ ਸਕਦਾ। ਇਸ ਕਰਕੇ ਪਾਠਕ ਸੱਜਣ ਇਹ ਗੱਲ ਪਹਿਲਾਂ ਹੀ ਮਨ ਅੰਦਰ ਧਾਰ ਲੈਣ ਕਿ ਭੁਪਿੰਦਰ ਸਿੰਘ ਸਹੀ ਅਰਥ ਸਮਝਣ ਜਾਂ ਵਿਚਾਰਨ ਜਾਂ ਲਿਖਣ ਬਾਰੇ ਅਸਮਰਥਤਾ ਬਿਆਨ ਕਰ ਰਿਹਾ ਹੈ। ਸੋ ਇਹ ਜ਼ਰੂਰੀ ਨਹੀਂ ਕਿ ਮੇਰੇ ਜਾਂ ਲਿਵਿੰਗ ਟ੍ਰੈਜਰ ਵੱਲੋਂ ਕੀਤੇ ਅਰਥ ਹੀ ਕੇਵਲ ਸਹੀ ਹਨ, ਬਲਕਿ ਮੈਂ ਵੀ ਸਾਰੀ ਉਮਰ ਵਿਆਕਰਣ, ਅਰਥ, ਵਿਚਾਰ ਅਤੇ ਅਮਲੀ ਜੀਵਨ ਦੀ ਪੂਰਨਤਾ ਤੱਕ ਨਹੀਂ ਪਹੁੰਚ ਸਕਦਾ ਅਤੇ ਨਾ ਹੀ ਕਦੇ ਦਮ ਭਰ ਸਕਦਾ ਹਾਂ ਕਿ ਮੈਨੂੰ ਸਭ ਪਤਾ ਲੱਗ ਗਿਆ ਹੈ। ਸ਼ੁੱਧ ਉਚਾਰਨ, ਵਿਆਕਰਣ ਅਤੇ ਬਾਣੀ ਦੇ ਅੰਤਰੀਵ ਭਾਵ ਅਰਥਾਂ ਨੂੰ ਸਮਝਣ ਦੀ ਇੱਕ ਵਿਧੀ, ਟੈਕਨੀਕ ਮੇਰੀ ਸਮਝ ਵਿੱਚ ਥੋੜ੍ਹੀ ਆਉਣੀ ਸ਼ੁਰੂ ਹੋਈ ਕਿ ਬਾਣੀ ਵਿੱਚ ਪ੍ਰੌಢਵਾਦ, ਵਰਨੈਕੂਲਰ ਦਾ ਢੰਗ ਵਰਤਿਆ ਗਿਆ ਹੈ। ਪ੍ਰੌಢਵਾਦ ਦੇ ਢੰਗ ਵਿੱਚ ਸੁਣਨ ਵਾਲੇ ਦੀ ਅੱਖਰ ਸ਼ੈਲੀ, ਵੋਕੈਬੂਲਰੀ ਵਰਤ ਕੇ ਅਰਥ ਆਪਣੇ ਲਗਾਉਣੇ ਹੁੰਦੇ ਹਨ। ਬਾਣੀ ਦੇ ਬਣਤਰ ਅਤੇ ਲਫ਼ਜ਼ੀ ਅਰਥਾਂ ਦੇ ਪਿੱਛੇ ਜੋ ਬਾਣੀ ਦੇ ਅੰਤਰੀਵ ਭਾਵ ਅਰਥ ਹਨ, ਉਹਨਾਂ ਤੱਕ ਪੁੱਜਣ ਲਈ ਰੋਜ਼ਮर्रा ਦੀ ਜੀਵਨੀ ਦੇ ਪੱਖੋਂ ਵਿਚਾਰਨਾ ਹੈ, ਭਾਵ ਅਰਥਾਂ ਰਾਹੀਂ ਅਮਲੀ ਜੀਵਨ ਵਿੱਚ ਬਦਲਾਹਟ ਆ ਸਕੇ। ਪ੍ਰੋਫੈਸਰ ਸਾਹਿਬ ਸਿੰਘ ਜੀ ਵੱਲੋਂ ਵਿਆਕਰਣ ਦੇ ਨਜ਼ਰੀਏ ਨਾਲ ਕੀਤੇ ਅਰਥਾਂ ਦੀ ਜਿਤਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ, ਜੋ ਕਿ ਦੁਨੀਆ ਨੂੰ ਉਹਨਾਂ ਦੀ ਬਹੁਤ ਭਾਰੀ ਦੇਣ ਹੈ। ਉਹਨਾਂ ਨੂੰ ਮੇਰੀ ਨਾਨੀ, ਮੇਰੇ ਮਾਤਾ ਪਿਤਾ, ਮਾਨਯੋਗ ਪ੍ਰਕਾਸ਼ ਕੌਰ ਜੀ, ਜਾਂ ਮੈਂ ਗਲਤ ਨਹੀਂ ਠਹਿਰਾ ਸਕਦਾ, ਪਰ ਇਹਨਾਂ ਸਭ ਨੇ ਮੈਨੂੰ ਕਿਹਾ ਕਿ ਇੱਕ ਦਰਪਣ ਵਿਸਥਾਰ ਵਿੱਚ ਲਿਖਣ ਦੀ ਲੋੜ ਹੈ, ਜਿਸ ਵਿੱਚ ਅਗਲੇ ਪਿਛਲੇ ਜਨਮ, ਆਵਾਗਮਨ, ਪੂਰਬਲੇ ਕਰਮ, ਆਤਮਾ, ਧੁਰੋਂ ਲਿਖੇ ਮਸਤਕ ਭਾਗ, ਤਕਦੀਰ ਆਦਿ ਉੱਤੇ ਖੁੱਲ੍ਹ ਕੇ ਵਿਚਾਰ ਕੀਤੀ ਜਾਵੇ। ਮੈਂ ਸੁਣ ਵੀ ਲੈਂਦਾ ਸੀ, ਪਰ ਲਿਖਣ ਦਾ ਹੀਆ ਨਹੀਂ ਸੀ ਪੈਂਦਾ। ਖਾਸ ਤੌਰ 'ਤੇ ਕਰਮਾਂ ਦਾ ਲੇਖਾ, ਆਤਮਾ, ਪੂਰਬਲੇ ਕਰਮ, ਧੁਰੋਂ ਲਿਖੇ ਮਸਤਕ ਭਾਗ, ਤਕਦੀਰ ਬਾਰੇ ਬੁੱਧ ਮਤ ਜਾਂ ਜੈਨ ਮਤ ਵੱਲੋਂ ਦਿੱਤਾ ਗਿਆ ਫਲਸਫਾ ਅਤੇ ਸਾਇੰਸ ਪੱਖੋਂ ਮੈਂ ਬਹੁਤ ਡੂੰਘਾਈ ਵਿੱਚ ਇਸ ਵਿਸ਼ੇ ਨੂੰ ਵਿਚਾਰਿਆ ਅਤੇ ਨਾਲੋਂ ਨਾਲ ਬੈਂਕਾਕ ਵਿੱਚ ਬੁੱਧ ਮਤ ਬਾਰੇ ਸਾਧੂਆਂ, ਬਾਬਿਆਂ ਨਾਲ ਵਿਚਾਰ, ਭੂਤਾਂ ਪ੍ਰੇਤਾਂ ਦੇ ਭਰਮ ਜਾਲ ਬਾਰੇ ਖੋਜ ਪੜਤਾਲ ਕੀਤੀ। ਮਰਨ ਮਗਰੋਂ ਅਖੌਤੀ ਜੰਮ ਜਾਂ ਧਰਮ ਰਾਜ ਬਾਰੇ ਗੁਰਬਾਣੀ ਦੇ ਅੰਤਰੀਵ ਭਾਵ ਅਰਥਾਂ ਨੂੰ ਵਿਚਾਰਿਆ। ਜਦੋਂ 1997 ਵਿੱਚ ਸ਼ੁਰੂ ਕੀਤੇ ਗਏ ਦ ਲਿਵਿੰਗ ਟ੍ਰੈਜਰ ਸੈਮੀਨਾਰਾਂ ਰਾਹੀਂ ਖੁੱਲ੍ਹ ਕੇ ਗੁਰਬਾਣੀ ਦੇ ਅਰਥਾਂ ਨੂੰ ਅਮਲੀ ਜੀਵਨ ਵਾਸਤੇ ਢੁਕਾਉਣ ਬਾਰੇ ਸੰਗਤਾਂ ਨਾਲ ਵਿਚਾਰਿਆ ਤਾਂ ਸੰਗਤਾਂ ਦੇ ਉਮਾਹ ਅਤੇ ਪਿਆਰ ਨੇ ਮੈਨੂੰ ਉਤਸ਼ਾਹ ਦਿੱਤਾ। ਟੇਪਾਂ ਬਣਨੀਆਂ ਸ਼ੁਰੂ ਹੋਈਆਂ। ਸਾਰੇ ਭਾਰਤ ਅਤੇ ਦੁਨੀਆ ਵਿੱਚ ਸੰਗਤਾਂ ਵੱਲੋਂ ਪ੍ਰੌੜਤਾ, ਬਲ ਅਤੇ ਉਤਸ਼ਾਹ ਮਿਲਿਆ, ਜਿਸ ਦਾ ਸਦਕਾ ਅਨੇਕ ਵੀਰ ਭੈਣ, ਨੌਜਵਾਨ ਬਜ਼ੁਰਗ ਮੈਨੂੰ ਮਿਲੇ, ਜਿਨ੍ਹਾਂ ਨੇ ਜੀਵਨ ਵਿੱਚ ਬਦਲਾਹਟ ਬਾਰੇ ਜ਼ਿਕਰ ਕੀਤਾ ਕਿ ਇਸ ਪੱਖੋਂ ਜੇ ਅਰਥ ਵਿਚਾਰੀਏ ਤਾਂ ਜੀਵਨ ਵਿੱਚ ਤਬਦੀਲੀ ਜ਼ਰੂਰੀ ਆ ਜਾਂਦੀ ਹੈ। ਐਸੀ ਪ੍ਰੇਰਨਾ ਨੇ ਮੈਨੂੰ ਬਹੁਤ ਉਤਸ਼ਾਹ ਦਿੱਤਾ। ਇਸ ਪੱਖੋਂ ਕੀਤੇ ਅਰਥ ਖਾਸ ਤੌਰ 'ਤੇ ਨੌਜਵਾਨ ਪਨੀਰੀ ਨੂੰ ਬਹੁਤ ਅਪੀਲ ਕਰਦੇ ਹਨ। ਮਾਨਯੋਗ ਗਿਆਨੀ ਹਰਭਜਨ ਸਿੰਘ ਜੀ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਵਿਦਿਆਰਥੀ, ਜੋ ਕਿ ਨਿਊਯਾਰਕ ਰਹਿੰਦਿਆਂ ਅਕਸਰ ਮੇਰੇ ਨਾਲ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸਨ। ਮੇਰੇ ਵੀਰ ਅਰਵਿੰਦਰਪਾਲ ਸਿੰਘ ਜੀ ਅਤੇ ਮੈਂ ਅਮਰੀਕਾ ਬੈਠਿਆਂ ਹੋਰ ਧਰਮਾਂ ਦੇ ਫਲਸਫਿਆਂ ਤੇ ਤੁਲਨਾਤਮਕ ਅਧਿਐਨ ਅਤੇ ਦੁਨਿਆਵੀ ਸੋਚ
ਦੇ ਨਾਲ ਸਾਇੰਸ ਖੋਜਾਂ ਬਾਰੇ ਵਿਚਾਰਾਂ ਸਾਂਝ ਕਰਦੇ ਰਹਿੰਦੇ ਸਾਂ, ਜਿਸ ਦਾ ਸਦਕਾ ਸਾਡਾ ਨਜ਼ਰੀਆ ਆਤਮਾ, ਜਨਮ ਮਰਨ, ਭੂਤ ਪ੍ਰੇਤ, ਸਵਰਗ ਨਰਕ ਬਾਰੇ ਸਾਫ਼ ਹੁੰਦਾ ਗਿਆ। ਮਾਨਯੋਗ ਗਿਆਨੀ ਹਰਭਜਨ ਸਿੰਘ ਜੀ ਅਤੇ ਮੇਰਾ ਮੁਹਿੰਦਰ ਵੀਰ ਅਰਵਿੰਦਰਪਾਲ ਸਿੰਘ ਜੀ ਜਦੋਂ ਪੂਰਨ ਸਹਿਮਤੀ ਦਿੰਦੇ ਸਨ ਅਤੇ ਨਾਲ ਹੀ ਗੁਰਬਾਣੀ ਦੇ ਅੰਤਰੀਵ ਭਾਵ ਦੀ ਪ੍ਰੌੜਤਾ ਕਈ ਹੋਰ ਸ਼ਬਦਾਂ ਤੋਂ ਮਿਲਦੀ ਜਾਂਦੀ ਸੀ, ਤਾਂ ਮੈਂ ਸਟੇਜਾਂ ਤੋਂ ਇਹਨਾਂ ਵਿਸ਼ਿਆਂ 'ਤੇ ਬੋਲਣਾ ਸ਼ੁਰੂ ਕੀਤਾ। ਸੰਗਤਾਂ ਦੀ ਪ੍ਰੌੜਤਾ ਮਿਲੀ, ਜਿਸ ਦਾ ਸਦਕਾ ਦ ਲਿਵਿੰਗ ਟ੍ਰੈਜਰ ਦੇ ਸੰਗੀ ਸਾਥੀਆਂ ਨੂੰ ਨਾਲ ਲੈ ਕੇ ਦਿੱਲੀ ਅਤੇ ਅਮਰੀਕਾ ਵਿੱਚ ਅਸੀਂ 16 ਸ਼ਬਦਾਂ ਦਾ ਇਹ ਹੱਥਲੀ ਪੁਸਤਕ ਸੰਗ੍ਰਹਿ ਲਿਖਿਆ। ਇਸ ਵਿੱਚ ਖਾਸ ਤੌਰ 'ਤੇ ਚੁਣ ਕੇ ਉਹਨਾਂ ਪੱਖਾਂ ਤੋਂ ਸ਼ਬਦ ਲਏ ਗਏ ਹਨ ਜਿਨ੍ਹਾਂ ਬਾਰੇ ਭੁਲੇਖਾ ਪਾਇਆ ਗਿਆ ਹੈ। ਇਹਨਾਂ ਦੇ ਅਰਥ ਕਰਨ ਵੇਲੇ ਮੈਂ ਆਪਣੀ ਮਨਮਰਜ਼ੀ ਨਹੀਂ ਕੀਤੀ ਹੈ, ਬਲਕਿ 30-35 ਸਤਸੰਗੀ ਹਰੇਕ ਉਮਰ ਦੇ ਮੇਰੇ ਨਾਲ ਬੈਠਦੇ ਹਨ। ਅਸੀਂ ਮਾਨਯੋਗ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਦਰਪਣ, ਗੁਰਬਾਣੀ ਵਿਆਕਰਣ, ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਅਤੇ ਪੰਜਾਬੀ ਤੇ ਅੰਗਰੇਜ਼ੀ ਦੀ ਡਿਕਸ਼ਨਰੀ ਅਤੇ ਹੋਰ ਟੀਕਾਕਾਰਾਂ ਦੀਆਂ ਲਿਖਤਾਂ ਨੂੰ ਨਾਲੋਂ ਨਾਲ ਵਿਚਾਰਦੇ ਹਾਂ। ਮੇਰੇ ਸਾਰੇ ਸਾਥੀਆਂ ਦੀ ਸਹਿਮਤੀ ਮਗਰੋਂ ਇੱਕ ਸਿੱਟੇ 'ਤੇ ਪਹੁੰਚ ਕੇ ਅਸੀਂ ਸਧਾਰਨ ਅੱਜ ਦੀ ਪ੍ਰਚਲਿਤ ਬੋਲੀ ਵਿੱਚ ਅਰਥ ਲਿਖਣ ਦਾ ਯਤਨ ਕਰਦੇ ਹਾਂ, ਤਾਂ ਕਿ ਇੱਕ ਆਮ ਮਨੁੱਖ ਵੀ ਇਹਨਾਂ ਅਰਥਾਂ ਨੂੰ ਪੜ੍ਹ ਕੇ ਭਾਵ ਅਰਥਾਂ ਰਾਹੀਂ ਆਪਣੇ ਅਮਲੀ ਜੀਵਨ ਦਾ ਮਿਆਰ ਉੱਚਿਆਂ ਕਰ ਸਕੇ। ਇਹ ਪੁਸਤਕਾਂ ਹਿੰਦੀ, ਇੰਗਲਿਸ਼, ਸਪੈਨਿਸ਼, ਜਰਮਨ, ਤੇਲਗੂ, ਬੰਗਾਲੀ, ਮਰਾਠੀ ਅਤੇ ਹੋਰ ਅਨੇਕਾਂ ਬੋਲੀਆਂ ਵਿੱਚ ਛਪਵਾਉਣ ਅਤੇ ਇੰਟਰਨੈਟ 'ਤੇ ਪਾਉਣ ਦਾ ਯਤਨ ਵੀ ਕਰ ਰਹੇ ਹਾਂ, ਤਾਂ ਕਿ ਧਰਤੀ ਦੇ ਹਰੇਕ ਮਨੁੱਖ ਨੂੰ ਇਹਨਾਂ ਦਾ ਲਾਹਾ ਪ੍ਰਾਪਤ ਹੋ ਸਕੇ। ਨਿਮਰਤਾ ਸਹਿਤ ਬੇਨਤੀ, ਪਾਠਕ ਸੱਜਣ ਇਹ ਗੱਲ ਨੂੰ ਪੱਲੇ ਬੰਨ੍ਹ ਕੇ ਇਸ ਪੁਸਤਕ ਨੂੰ ਪੜ੍ਹਨ ਕਿ ਇਹਨਾਂ ਕੀਤੇ ਅਰਥਾਂ ਨਾਲ ਕਿਸੇ ਪ੍ਰਚਾਰਕ, ਅਖੌਤੀ, ਸੰਤ, ਸਾਧ, ਟੀਕਾਕਾਰ ਜਾਂ ਪੁਰਾਤਨ ਇਤਿਹਾਸ ਨੂੰ ਬਦਲਣ ਦਾ ਖਿਆਲ ਨਹੀਂ, ਬਲਕਿ ਇਸ ਦ੍ਰਿਸ਼ਟੀਕੋਣ ਨਾਲ ਅਰਥ ਸਾਂਝੇ ਕੀਤੇ ਹਨ ਕਿ ਭਰਮ ਭੁਲੇਖੇ ਦੂਰ ਹੋਣ। ਅਸੀਂ ਸਾਰੇ ਪਤਾਲ ਦੀਆਂ ਡੂੰਘੀਆਂ ਤਹਿਆਂ ਦੇ ਥੱਲੋਂ ਨਿਕਲ ਕੇ ਨਵੀਂ ਸੋਚ ਰਾਹੀਂ ਜੀਵਨ ਦੀ ਆਤਮਕ ਉੱਚੀ ਉਡਾਰੀ ਦਾ ਆਨੰਦ ਮਾਣ ਸਕੀਏ ਜੀ। ਕੋਮਲ ਹਿਰਦੇ ਅਤੇ ਹਿਤੂ ਸੁਭਾਵ ਦੀ ਬੁੱਕਲ 'ਚੋਂ ਭੁਪਿੰਦਰ ਸਿੰਘ।